ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਪਰਨ ਕੌਰ ਮਾਨ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਆਪਣੇ ਜੀਵਨ ਸਾਥੀ ਲਿਆਉਣ ਤੇ ਪਾਬੰਦੀ ਲਗਾਉਣ ਤੇ ਵਿਚਾਰ ਕਰ ਰਹੀ ਹੈ ਇੰਗਲੈਂਡ ਦੀ ਸਰਕਾਰ। ਪ੍ਰਵਾਸੀਆਂ ਦੇ ਨਾਲ ਭਰੀ ਇੱਕ ਹੋਰ ਕਿਸ਼ਤੀ ਹੋਈ ਹਾਦਸਾਗ੍ਰਸਤ। 59 ਲਾਸ਼ਾਂ ਮਿਲੀਆਂ। ਅਜੇ ਤੱਕ ਵੀ ਕਈ ਲੋਕ ਲਾਪਤਾ ਗੈਰ ਕਾਨੂੰਨੀ ਢੰਗ ਦੇ ਨਾਲ ਜਾ ਰਹੇ ਸਨ ਯੂਰਪ। ਬਰਫੀਲੇ ਤੂਫਾਨ ਤੇ ਮੀਂਹ ਦੇ ਨਾਲ ਤਬਾਹ ਕੈਲੀਫੋਰਨੀਆ। ਅਮਰੀਕਾ ਵਿੱਚ ਮਚਿਆ ਹਾਹਾਕਾਰ। ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਨੇ ਕੀਤਾ ਵਾਅਦਾ। ਪਾਕਿਸਤਾਨ ਸਮੇਤ ਹੋਰ ਅਮਰੀਕੀ ਵਿਰੋਧੀਆਂ ਦੀ ਬੰਦ ਹੋਵੇਗੀ ਮਦਦ। ਚਾਈਨਾ ਦੀ ਲੈਬ ਤੋਂ ਹੀ ਫੈਲਿਆ ਸੀ ਕਰੋਨਾ ਵਾਇਰਸ। ਨਵੀਂ ਖੁਫੀਆ ਰਿਪੋਰਟ ਵਿੱਚ ਸਨਸਨੀਖੇਜ਼ ਖੁਲਾਸਾ। ਅਮਰੀਕਾ ਤੋਂ ਆਈ ਦੁਖਦਾਈ ਖਬਰ। ਕਪੂਰਥਲਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ। ਭਾਰਤੀ IT ਪੇਸ਼ੇਵਰਾਂ ਦੇ ਲਈ ਵੀਜ਼ਾ ਪ੍ਰਕਿਰਿਆ ਸੌਖੀ ਕਰਨ ਦਾ ਚਾਹਵਾਨ ਜਰਮਨੀ ਸੁਲਝਦਾ ਬਿਆਨ। ਅਮਰੀਕਾ ਦੇ ਵਿੱਚ ਵੀਡੀਓ ਗੇਮ ਛਡਾਉਣ ਤੇ ਭੜਕਿਆ ਸਟੂਡੈਂਟ। ਟੀਚਰ ਨੂੰ ਬੁਰੀ ਤਰ੍ਹਾਂ ਕੁੱਟਿਆ, ਧੱਕਾ ਮਾਰ ਸੁੱਟਿਆ, ਮਾਰੇ ਕਸੁੰਨ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨੂੰ UK ਲਿਆਉਣ ਤੇ ਪਾਬੰਦੀ ਲਗਾਈ ਜਾ ਸਕਦੀ ਹੈ ਜਦੋਂ ਤੱਕ ਉਹ ਸਰਕਾਰੀ ਸਕੀਮਾਂ ਦੇ ਤਹਿਤ ਉੱਚ ਮੁੱਲ ਦੀ ਡਿਗਰੀ ਹਾਸਲ ਨਹੀਂ ਕਰ ਲੈਂਦੇ। ਤਾਂ ਟਾਈਮਸ ਦੇ ਅਨੁਸਾਰ ਜਿਹੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਵਿਗਿਆਨ, ਗਣਿਤ ਅਤੇ ਇੰਜੀਨੀਅਰਿੰਗ ਦਾ ਅਧਿਐਨ ਕਰਨ ਦੇ ਲਈ ਵੀਜ਼ਾ ਦਿੱਤਾ ਗਿਆ ਹੈ, ਉਹਨਾਂ ਦੇ ਆਸ਼ਰਿਤਾਂ ਨੂੰ UK ਦੇ ਵਿੱਚ ਕਿਤੇ ਹੋਰ ਤਬਦੀਲ ਕੀਤਾ ਜਾ ਸਕਦਾ ਹੈ। ਵਿਦੇਸ਼ੀ ਵਿਦਿਆਰਥੀਆਂ ਦੇ ਨਾਲ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਦੀ ਗਿਣਤੀ ਵਿੱਚ ਲਗਭਗ 8 ਗੁਣੇ ਵਾਧੇ ਨੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਗ੍ਰਹਿ ਸਕੱਤਰ ਨੂੰ ਚਿੰਤਤ ਕੀਤਾ ਹੋਇਆ ਹੈ। ਨਵੇਂ ਇਮੀਗ੍ਰੇਸ਼ਨ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ 4,90,763 ਵਿਦਿਆਰਥੀ ਵੀਜ਼ਾ ਦਿੱਤੇ ਗਏ ਸੀ। ਇਹਨਾਂ ਵਿਦਿਆਰਥੀਆਂ ਦੇ ਨਾਲ ਰਹਿ ਰਹੇ ਆਸ਼ਰਿਤਾਂ, ਜੀਵਨ ਸਾਥੀਆਂ ਅਤੇ ਬੱਚਿਆਂ ਦੀ ਕੁੱਲ ਸੰਖਿਆ 2019 ਚ 16,047 ਦੇ ਮੁਕਾਬਲੇ ਵਰਤਮਾਨ ਦੇ ਵਿੱਚ 1,35,788 ਹੈ। ਇਟਲੀ ਦੇ ਤੱਟ ਤੇ ਇੱਕ ਪ੍ਰਵਾਸੀ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ। ਇਟਲੀ ਦੇ ਕਲਾਬਾਰੀਆ ਦੇ ਦੱਖਣੀ ਤੱਟ ਤੇ ਇੱਕ ਕਿਸ਼ਤੀ ਦੇ ਨਾਲ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਦੇ ਅਨੁਸਾਰ ਕਿਸ਼ਤੀ 170 ਤੋਂ ਵੱਧ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਸੀ ਜਦੋਂ ਐਤਵਾਰ ਨੂੰ ਇਹ ਹਾਦਸੇ ਦਾ ਸ਼ਿਕਾਰ ਹੋਈ। ਖਬਰ ਲਿਖੇ ਜਾਣ ਤੱਕ ਇਸ ਹਾਦਸੇ ਦੇ ਵਿੱਚ ਹੁਣ ਤੱਕ 59 ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ ਅਤੇ ਕਈ ਹੋਰਨਾਂ ਦੇ ਡੁੱਬਣ ਕਾਰਨ ਮੌਤ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਹੁਣ ਤੱਕ 80 ਦੇ ਕਰੀਬ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ 21 ਨੂੰ ਹਸਪਤਾਲ ਭੇਜਿਆ ਗਿਆ। ਇਹ ਕਿਸ਼ਤੀ ਕਈ ਦਿਨ ਪਹਿਲਾਂ ਅਫਗਾਨਿਸਤਾਨ, ਈਰਾਨ ਅਤੇ ਕਈ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਲੈ ਕੇ ਤੁਰਕੀ ਤੋਂ ਰਵਾਨਾ ਹੋਈ ਸੀ ਅਤੇ ਤੂਫਾਨੀ ਮੌਸਮ ਦੇ ਵਿੱਚ ਹਾਦਸਾਗ੍ਰਸਤ ਹੋ ਗਈ ਸੀ, ਜਿਸ ਤੋਂ ਬਾਅਦ ਤੱਟ ਰੱਖਿਅਕ, ਸਰਹੱਦੀ ਪੁਲਿਸ ਅਤੇ ਫਾਇਰ ਫਾਈਟਰ ਕਿਸ਼ਤੀ ਬਚਾਅ ਦੇ ਯਤਨਾਂ 'ਚ ਸ਼ਾਮਲ ਹੋਏ। ਇੱਥੇ ਦੱਸ ਦਈਏ ਕਿ ਸਮੁੰਦਰ ਦੇ ਦੁਆਰਾ ਯੂਰਪ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੇ ਲਈ ਇਟਲੀ ਮੁੱਖ ਲੈਂਡਿੰਗ ਪੁਆਇੰਟ ਹੈ। ਇੱਥੋਂ ਹਰ ਸਾਲ 10 ਲੱਖ ਤੋਂ ਵੱਧ ਸ਼ਰਨਾਰਥੀ ਕਿਸ਼ਤੀ ਰਾਹੀਂ ਇਟਲੀ ਪਹੁੰਚਦੇ ਨੇ। ਇਸ ਰਸਤੇ ਨੂੰ ਮੈਡੀਟੇਰੀਅਨ ਰੂਟ ਕਿਹਾ ਜਾਂਦਾ ਹੈ। ਕੁਝ ਨਿਗਰਾਨੀ ਸਮੂਹਾਂ ਦੇ ਅਨੁਸਾਰ 2014 ਤੋਂ ਹੁਣ ਤੱਕ ਇਸ ਮਾਰਗ ਤੇ 20,000 ਤੋਂ ਵੱਧ ਲੋਕ ਮਾਰੇ ਗਏ ਆ ਜਾਂ ਲਾਪਤਾ ਹੋਏ ਨੇ। ਅਮਰੀਕਾ ਦਾ ਕੈਲੀਫੋਰਨੀਆ ਇੱਕ ਵਾਰ ਫਿਰ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਹੈ। ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਦੇ ਇਸ ਇਲਾਕੇ 'ਚ ਬਰਫੀਲੇ ਤੂਫਾਨ ਤੇ ਉਸ ਦੇ ਨਾਲ ਪਏ ਮੀਂਹ ਨੇ ਬੁਰਾ ਹਾਲ ਕਰ ਦਿੱਤਾ ਹੋਇਆ ਹੈ। ਨੈਸ਼ਨਲ ਵੈਦਰ ਸਰਵਿਸ ਦਾ ਦਾਅਵਾ ਹੈ ਕਿ ਦੱਖਣ ਪੱਛਮੀ ਕੈਲੀਫੋਰਨੀਆ ਦੇ ਵਿੱਚ ਇੰਨੀ ਬਰਫ਼ਬਾਰੀ ਪਹਿਲਾਂ ਕਦੇ ਨਹੀਂ ਦੇਖੀ ਗਈ। ਮੀਂਹ ਘੱਟ ਹੈ ਪਰ ਤੂਫਾਨ ਪਿਛਲੇ ਕੁਝ ਦਿਨਾਂ ਤੋਂ ਜਾਰੀ ਹੈ। ਇਹ ਬਰਫੀਲਾ ਤੂਫਾਨ ਵੈਸਟ ਕੋਸਟ ਨੂੰ ਪ੍ਰਭਾਵਿਤ ਕਰੇਗਾ। ਕੈਲੀਫੋਰਨੀਆ ਹੀ ਨਹੀਂ, ਲਾਸ ਏਂਜਲਸ ਵੀ ਬਰਫੀਲੇ ਤੂਫਾਨ ਦੀ ਲਪੇਟ 'ਚ ਹੈ। ਲਾਸ ਏਂਜਲਸ ਦੇ ਉੱਤਰ ਦੇ ਵਿੱਚ ਸੈਂਟਰ ਕਲੋਰੀਟਾ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਵੈਸਟਰਨ ਰੀਜਨਲ ਕਲਾਈਮੇਟ ਸੈਂਟਰ ਦੇ ਇੱਕ ਸੋਧਕਰਤਾ ਡੈਨ ਨੇ ਕਿਹਾ ਕਿ
ਕਿ ਦੱਖਣੀ ਕੈਲੀਫੋਰਨੀਆ ਨੇ ਕਦੇ ਵੀ ਇੰਨੀ ਖਰਾਬ ਬਰਫ਼ ਨਹੀਂ ਦੇਖੀ ਹੈ। ਤੂਫਾਨ ਦੀ ਤੀਬਰਤਾ ਅਜੇ ਹੋਰ ਵਧੇਗੀ। ਇਹ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਸੈਕਰਾਮੈਂਟੋ ਦੇ ਉੱਪਰੋਂ ਦੀ ਲੰਘੇਗਾ। ਅਜਿਹੇ ਵਿੱਚ ਹਾਲਾਤ ਹੋਰ ਵੀ ਵਿਗੜਨ ਦੀ ਸ਼ੱਕ ਜਤਾਈ ਜਾ ਰਹੀ ਹੈ ਔਰ ਤੂਫਾਨ ਤੋਂ ਭਾਰੀ ਮੀਂਹ ਦੇ ਨਾਲ ਕੈਲੀਫੋਰਨੀਆ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹ ਆ ਗਿਆ ਸੀ। ਹਨੇਰੀ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਸੀ, ਜਿਸ ਕਾਰਨ ਲੱਖਾਂ ਪਰਿਵਾਰਾਂ ਨੂੰ ਬਿਜਲੀ ਦੇ ਬਿਨਾਂ ਆਪਣਾ ਦਿਨ ਬਿਤਾਉਣਾ ਪੈ ਰਿਹਾ ਸੀ। ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਸੀ ਔਰ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਬੁੱਧਵਾਰ ਤੱਕ ਮੀਂਹ ਤੇ ਬਰਫ਼ਬਾਰੀ ਜਾਰੀ ਰਹਿਣੀ ਹੈ। ਸਾਲ ਦੀ ਸ਼ੁਰੂਆਤ ਦੇ ਵਿੱਚ ਬੰਬ ਚੱਕਰਵਾਤ ਅਮਰੀਕਾ ਦੇ ਨਾਲ ਟਕਰਾਇਆ। ਬਰਫੀਲੇ ਤੂਫਾਨ ਦੇ ਕਾਰਨ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤਾਪਮਾਨ 40 ਤੋਂ 45 ਡਿਗਰੀ ਹੇਠਾਂ ਡਿੱਗਿਆ। ਬਰਫੀਲਾ ਤੂਫਾਨ ਫਲੋਰੀਡਾ, ਜਾਰਜੀਆ, ਦੱਖਣੀ ਕੈਰੋਲੀਨਾ, ਨਿਊਯਾਰਕ ਤੇ ਕੈਲੀਫੋਰਨੀਆ ਸਣੇ ਅਮਰੀਕਾ ਦੇ ਵੱਡੇ ਖੇਤਰਾਂ ਨੂੰ ਤਬਾਹ ਕਰ ਗਿਆ। ਭਾਰਤੀ ਮੂਲ ਦੀ ਨਿੱਕੀ ਹੈਲੀ ਸਾਲ 2024 ਦੇ ਵਿੱਚ ਹੋਣ ਵਾਲੀਆਂ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਹੈ। ਨਿੱਕੀ ਨੇ ਵੀ 15 ਫਰਵਰੀ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਉਸਨੇ ਦੇਸ਼ ਅਤੇ ਦੁਨੀਆ ਦੇ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹ ਚਾਈਨਾ ਅਤੇ ਪਾਕਿਸਤਾਨ ਵਰਗੇ ਅਮਰੀਕੀ ਵਿਰੋਧੀਆਂ ਪ੍ਰਤੀ ਕੋਈ ਨਰਮੀ ਨਹੀਂ ਦਿਖਾਏਗੀ। ਨਿੱਕੀ ਨੇ ਕਿਹਾ ਕਿ ਅਮਰੀਕਾ ਦੇ ਵਿਰੋਧੀਆਂ ਨੂੰ ਵਿਦੇਸ਼ੀ ਸਹਾਇਤਾ ਰੋਕ ਦਿੱਤੀ ਜਾਏਗੀ। ਉਹਨਾਂ ਦੇ ਮੁਤਾਬਕ ਅਮਰੀਕਾ ਨੂੰ ਨਫ਼ਰਤ ਕਰਨ ਵਾਲੇ ਦੇਸ਼ਾਂ ਨੂੰ 1% ਦੀ ਵੀ ਰਾਹਤ ਨਹੀਂ ਮਿਲਣੀ ਹੈ। ਨਿੱਕੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਦੌਰਾਨ ਸੰਯੁਕਤ ਰਾਸ਼ਟਰ ਦੇ ਵਿੱਚ ਅਮਰੀਕਾ ਦੇ ਰਾਜਦੂਤ ਰਹਿ ਚੁੱਕੇ ਨੇ। ਇਸ ਤੋਂ ਇਲਾਵਾ ਉਹ ਸਾਊਥ ਕੈਰੋਲੀਨਾ ਦੇ ਗਵਰਨਰ ਰਹਿ ਕੇ ਇਸ ਅਹੁਦੇ ਤੇ ਕੰਮ ਕਰਨ ਦਾ ਤਜਰਬਾ ਵੀ ਹਾਸਲ ਕਰ ਚੁੱਕੇ ਨੇ। ਨਿੱਕੀ ਨੇ ਨਿਊਯਾਰਕ ਪੋਸਟ ਦੇ ਵਿੱਚ ਇੱਕ ਰਾਏ ਲਿਖੀ ਹੈ। ਇਸ ਰਾਏ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਹਰ ਉਸ ਦੇਸ਼ ਨੂੰ ਵਿਦੇਸ਼ੀ ਸਹਾਇਤਾ ਬੰਦ ਕਰ ਦੇਵਾਂਗੀ ਜੋ ਸਾਡੇ ਨਾਲ ਨਫ਼ਰਤ ਕਰਦਾ ਹੈ। ਇੱਕ ਮਜ਼ਬੂਤ ਅਮਰੀਕਾ ਨੂੰ ਬੁਰੇ ਲੋਕਾਂ ਦੇ ਲਈ ਕੁਝ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਅਮਰੀਕਾ ਆਪਣੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਬਰਬਾਦ ਨਹੀਂ ਹੋਣ ਦੇਗਾ ਅਤੇ ਕੇਵਲ ਅਜਿਹੇ ਨੇਤਾ ਹੀ ਸਾਡੇ ਭਰੋਸੇ ਦੇ ਹੱਕਦਾਰ ਨੇ ਜੋ ਦੇਸ਼ ਦੇ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਦੇ ਨੇ ਅਤੇ ਸਾਡੇ ਦੋਸਤਾਂ ਦੇ ਨਾਲ ਖੜੇ ਹੋ ਸਕਦੇ ਨੇ। ਨਿੱਕੀ ਨੇ ਅੱਗੇ ਲਿਖਿਆ ਕਿ ਅਸੀਂ ਪਿਛਲੇ ਕੁਝ ਸਾਲਾਂ ਵਿੱਚ ਇਰਾਕ ਨੂੰ $1 ਅਰਬ ਤੋਂ ਵੱਧ ਦੀ ਸਹਾਇਤਾ ਦਿੱਤੀ ਹੈ ਅਤੇ ਇਸ ਦੇ ਬਾਵਜੂਦ ਉੱਥੋਂ ਦੀ ਸਰਕਾਰ ਈਰਾਨ ਵਿੱਚ ਬੈਠੇ ਕਾਤਲਾਂ ਦੇ ਨੇੜੇ ਆ ਰਹੀ ਹੈ। ਬਾਈਡਨ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਮਿਲਟਰੀ ਸਹਾਇਤਾ ਬਹਾਲ ਕਰ ਦਿੱਤੀ ਹੈ, ਜਦੋਂ ਕਿ ਇਹ ਦੇਸ਼ ਘੱਟੋ-ਘੱਟ 1 ਦਰਜਨ ਅੱਤਵਾਦੀ ਸੰਗਠਨਾਂ ਦਾ ਗੜ ਹੈ ਅਤੇ ਇਸ ਦੀ ਸਰਕਾਰ ਪੂਰੀ ਤਰ੍ਹਾਂ ਚੀਨ ਨੂੰ ਸਮਰਪਿਤ ਹੈ। ਨਿੱਕੀ ਦੇ ਅਨੁਸਾਰ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੀ ਟੀਮ ਨੇ ਫਿਲਿਸਤੀਨ ਦੇ ਲੋਕਾਂ ਦੀ ਮਦਦ ਦੇ ਲਈ ਇੱਕ ਸੰਯੁਕਤ ਰਾਸ਼ਟਰ ਦੀ ਏਜੰਸੀ ਨੂੰ ਲਗਭਗ $0.5 ਅਰਬ ਦਿੱਤੇ। ਉਹਨਾਂ ਦਾ ਦੋਸ਼ ਹੈ ਕਿ ਇਸ ਰਕਮ ਦੇ ਨਾਲ ਅਮਰੀਕਾ ਦੇ ਸਹਿਯੋਗੀ ਇਜ਼ਰਾਈਲ ਖਿਲਾਫ ਪ੍ਰੋਪੇਗੈਂਡਾ ਚਲਾਇਆ ਜਾ ਰਿਹਾ ਹੈ। ਦੁਨੀਆ ਭਰ ਦੇ ਵਿੱਚ ਤਬਾਹੀ ਮਚਾਉਣ ਵਾਲੇ ਕਰੋਨਾ ਵਾਇਰਸ ਦੀ ਸ਼ੁਰੂਆਤ ਕਿੱਥੋਂ ਹੋਈ? ਪਿਛਲੇ 3 ਸਾਲਾਂ ਤੋਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਖਬਰ ਹੈ ਕਿ ਯੂਐਸ ਦੇ ਊਰਜਾ ਵਿਭਾਗ ਨੇ ਆਪਣੀ ਇੱਕ ਰਿਪੋਰਟ ਦੇ ਵਿੱਚ ਇਸ ਗੱਲ ਦੀ ਮਜ਼ਬੂਤ ਸੰਭਾਵਨਾ ਜ਼ਾਹਿਰ ਕੀਤੀ ਹੈ ਕਿ ਕੋਵਿਡ-19 ਮਹਾਮਾਰੀ ਇੱਕ ਪ੍ਰਯੋਗਸ਼ਾਲਾ ਵਿੱਚ ਲੀਕ ਹੋਣ ਦਾ ਨਤੀਜਾ ਹੋ ਸਕਦੀ ਹੈ। ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਵਾਈਟ ਹਾਊਸ ਅਤੇ ਅਮਰੀਕੀ ਸੰਸਦ ਦੇ ਪ੍ਰਮੁੱਖ ਮੈਂਬਰਾਂ ਨੂੰ ਸੌਂਪੀ ਗਈ ਖੁਫੀਆ ਰਿਪੋਰਟ 'ਚ ਸੰਭਾਵਨਾ ਪ੍ਰਗਟਾਈ ਗਈ ਹੈ। ਰਿਪੋਰਟ ਦੇ ਮੁਤਾਬਕ ਊਰਜਾ ਵਿਭਾਗ ਨੇ ਇਸ ਵਾਇਰਸ ਦੀ ਉਤਪਤੀ ਨੂੰ ਲੈ ਕੇ ਪਹਿਲਾਂ ਵੀ ਕੁਝ ਟਿੱਪਣੀਆਂ ਕੀਤੀਆਂ ਸੀ। ਹਾਲਾਂਕਿ ਹੁਣ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਐਵਰਲ ਦੇ ਦਫ਼ਤਰ ਦੇ ਦੁਆਰਾ 2021 ਦੇ ਦਸਤਾਵੇਜ਼ ਦੇ ਅਪਡੇਟ ਦੇ ਵਿੱਚ ਇਹ ਨਵੀਂ ਜਾਣਕਾਰੀ ਦਿੱਤੀ ਗਈ ਹੈ। ਇਹ ਨਵੀਂ ਰਿਪੋਰਟ ਉਜਾਗਰ ਕਰਦੀ ਹੈ ਕਿ ਕਿਵੇਂ ਖੁਫੀਆ ਕਮਿਊਨਿਟੀ ਦੇ ਵੱਖ-ਵੱਖ ਹਿੱਸੇ ਮਹਾਮਾਰੀ ਦੀ ਸ਼ੁਰੂਆਤ ਬਾਰੇ ਵੱਖੋ-ਵੱਖਰੇ ਸਿੱਟਿਆਂ ਤੇ ਪਹੁੰਚੇ ਨੇ। ਊਰਜਾ ਵਿਭਾਗ ਨੇ ਹੁਣ ਇਸ ਮਾਮਲੇ ਦੇ ਵਿੱਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਰਾਏ ਦੇ ਨਾਲ ਸਹਿਮਤੀ ਜਤਾਈ ਹੈ ਅਤੇ ਚੀਨੀ ਪ੍ਰਯੋਗਸ਼ਾਲਾ ਦੇ ਵਿੱਚ ਦੁਰਘਟਨਾ ਕਾਰਨ ਵਾਇਰਸ ਫੈਲਣ ਦੀ ਸੰਭਾਵਨਾ ਹੈ। ਹਾਲਾਂਕਿ ਇੱਥੇ ਇਹ ਵੀ ਦੱਸ ਦਈਏ ਕਿ ਨੈਸ਼ਨਲ ਇੰਟੈਲੀਜੈਂਸ ਪੈਨਲ ਸਮੇਤ 4 ਹੋਰ ਏਜੰਸੀਆਂ ਦਾ ਮੰਨਣਾ ਹੈ ਕਿ ਕਰੋਨਾ ਵਾਇਰਸ ਕੁਦਰਤੀ ਤੌਰ ਤੇ ਪੈਦਾ ਹੋਇਆ, ਜਦਕਿ 2 ਏਜੰਸੀਆਂ ਇਸ ਮਾਮਲੇ ਦੇ ਵਿੱਚ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕੀਆਂ। ਰਿਪੋਰਟ ਦੇ ਮੁਤਾਬਕ ਊਰਜਾ ਵਿਭਾਗ ਦਾ ਇਹ ਸਿੱਟਾ ਨਵੀਂ ਖੁਫੀਆ ਜਾਣਕਾਰੀ ਦਾ ਨਤੀਜਾ ਹੈ। ਇਹ ਮਹੱਤਵਪੂਰਨ ਹੈ ਕਿਉਂਕਿ ਏਜੰਸੀ ਦੇ ਕੋਲ ਕਾਫੀ ਵਿਗਿਆਨਕ ਮਹਾਰਤ ਹੈ ਅਤੇ ਯੂਐਸ ਰਾਸ਼ਟਰੀ ਪ੍ਰਯੋਗਸ਼ਾਲਾ ਦੇ ਇੱਕ ਨੈਟਵਰਕ ਦੀ ਨਿਗਰਾਨੀ ਕਰਦੀ ਹੈ, ਜਿਨ੍ਹਾਂ ਵਿੱਚ ਕੁਝ ਉੱਨਤ ਜੀਵ ਵਿਗਿਆਨ ਖੋਜ ਕਰਦੇ ਨੇ। ਹਾਲਾਂਕਿ ਇਸ ਗੁਪਤ ਰਿਪੋਰਟ ਨੂੰ ਪੜ੍ਹਨ ਵਾਲੇ ਲੋਕਾਂ ਦੇ ਮੁਤਾਬਕ ਊਰਜਾ ਵਿਭਾਗ ਨੇ ਇਸ ਦਾ ਸਿੱਟਾ ਘੱਟ ਭਰੋਸੇ ਦੇ ਨਾਲ ਦਿੱਤਾ ਹੈ। ਇਸ ਦੇ ਨਾਲ ਹੀ FBI ਵੀ ਸਾਲ 2021 ਲਈ ਆਪਣੀ ਇੱਕ ਰਿਪੋਰਟ ਵਿੱਚ ਇਸ ਨਤੀਜੇ ਤੇ ਪਹੁੰਚੀ ਹੈ ਕਿ ਕਰੋਨਾ ਮਹਾਮਾਰੀ ਇੱਕ ਲੈਬੋਰੇਟਰੀ ਲੀਕ ਦਾ ਨਤੀਜਾ ਸੀ।
ਅਮਰੀਕਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਆਪਣੇ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਅਮਰੀਕਾ ਗਏ ਬਲਾਕ ਨਡਾਲਾ ਦੇ ਪਿੰਡ ਤਲਵਾੜਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਤਰਲੋਚਨ ਸਿੰਘ ਰੰਧਾਵਾ ਵਾਸੀ ਤਲਵਾੜਾ ਨੇ ਦੱਸਿਆ ਕਿ ਉਹਨਾਂ ਨੇ 3 ਸਾਲ ਪਹਿਲਾਂ ਆਪਣੇ ਪੁੱਤਰ ਤਲਵਿੰਦਰ ਸਿੰਘ ਉਰਫ ਤਿੰਦੀ ਨੂੰ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ, ਜੋ ਮੈਰੀਲੈਂਡ ਸੂਬੇ 'ਚ ਰਹਿੰਦਾ ਸੀ ਅਤੇ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਸ਼ੁੱਕਰਵਾਰ ਰਾਤ ਜਦੋਂ ਸਟੋਰ ਤੋਂ ਕੰਮ ਕਰਕੇ ਵਾਪਸ ਕਮਰੇ ਵਿੱਚ ਸੁੱਤਾ ਤਾਂ ਅਚਾਨਕ ਸੁੱਤੇ ਪਏ ਨੂੰ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਇਹ ਖਬਰ ਅਮਰੀਕਾ ਰਹਿੰਦੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਫੋਨ ਜ਼ਰੀਏ ਦਿੱਤੀ। ਤਰਲੋਚਨ ਸਿੰਘ ਨੇ ਦੱਸਿਆ ਕਿ ਤਲਵਿੰਦਰ ਨੂੰ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ, ਪਰ ਹਾਲੇ ਤੱਕ ਚੁੱਕਿਆ ਹੋਇਆ ਕਰਜ਼ਾ ਨਹੀਂ ਉਤਰ ਸਕਿਆ। ਉਹਨਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਕੋਲੋਂ ਬੇਟੇ ਦੀ ਮ੍ਰਿਤਕ ਦੇ ਭਾਰਤ ਲਿਆਉਣ ਦੇ ਲਈ ਮਦਦ ਦੀ ਮੰਗ ਕੀਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਜਿਸ ਦੇ ਵਿੱਚ ਕਈ ਨੌਜਵਾਨਾਂ ਦੀ ਜਾਨ ਜਾ ਰਹੀ ਹੈ। ਆਈਟੀ ਖੇਤਰ ਦੇ ਵਿੱਚ ਕੁਸ਼ਲ ਮੁਲਾਜ਼ਮਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਜਰਮਨੀ ਦੇ ਚਾਂਸਲਰ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਭਾਰਤ ਦੇ ਆਈਟੀ ਪੇਸ਼ੇਵਰਾਂ ਦੇ ਲਈ ਕੰਮਕਾਜੀ ਵੀਜ਼ਾ ਲੈਣ ਦੀ ਪ੍ਰਕਿਰਿਆ ਸੌਖੀ ਬਣਾਉਣਾ ਚਾਹੁੰਦੀ ਹੈ। ਭਾਰਤ ਦੌਰੇ ਉੱਤੇ ਪਹੁੰਚੇ ਸੁਲਜ਼ ਨੇ ਬੰਗਲੁਰੂ ਵਿੱਚ ਮੀਡੀਆ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਕਾਨੂੰਨੀ ਢਾਂਚੇ 'ਚ ਇਸ ਸਾਲ ਅਜਿਹਾ ਸੁਧਾਰ ਲਿਆਉਣਾ ਉਹਨਾਂ ਦੀ ਸਰਕਾਰ ਦੀ ਤਰਜੀਹ ਹੈ ਕਿ ਜਰਮਨੀ ਦੇ ਸੌਫਟਵੇਅਰ ਡਿਵੈਲਪਰ ਤੇ ਆਈਟੀ ਖੇਤਰ ਦੇ ਲਈ ਕੁਸ਼ਲ ਕਰਮੀਆਂ ਨੂੰ ਖਿੱਚਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਤੋਂ ਇਲਾਵਾ ਪੂਰੀ ਪ੍ਰਸ਼ਾਸਕੀ ਪ੍ਰਕਿਰਿਆ ਨੂੰ ਆਧੁਨਿਕ ਰੂਪ ਦਿੱਤਾ ਜਾਏਗਾ। ਜਰਮਨੀ ਦੇ ਵਿੱਚ ਕੰਮਕਾਜ ਦੇ ਲਈ ਪਹੁੰਚਣ ਤੇ ਵਿਦੇਸ਼ੀ ਕਰਮੀਆਂ ਨੂੰ ਹੋਣ ਵਾਲੀ ਭਾਸ਼ਾ ਸੰਬੰਧੀ ਸਮੱਸਿਆ ਉੱਤੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਜਦ ਲੋਕ ਜਰਮਨੀ ਪਹੁੰਚਦੇ ਨੇ ਤਾਂ ਉਹ ਅੰਗਰੇਜ਼ੀ ਬੋਲਦੇ ਨੇ ਤੇ ਹੌਲੀ-ਹੌਲੀ ਜਰਮਨ ਭਾਸ਼ਾ ਨੂੰ ਅਪਣਾ ਲੈਂਦੇ ਨੇ। ਉਹਨਾਂ ਨੇ ਕਿਹਾ ਕਿ ਭਾਰਤ ਦੌਰੇ ਦੇ ਪਹਿਲੇ ਦਿਨ ਸ਼ਨੀਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੇ ਨਾਲ ਮੁੱਖ ਕੰਪਨੀਆਂ ਦੇ ਚੋਟੀ ਦੇ ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਅਮਰੀਕਾ ਦੇ ਫਲੋਰੀਡਾ ਦੇ ਵਿੱਚ 17 ਸਾਲਾ ਵਿਦਿਆਰਥੀ ਨੇ ਆਪਣੇ ਅਧਿਆਪਕ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ। ਗੁੱਸੇ 'ਚ ਆ ਕੇ ਉਸਨੇ ਪਹਿਲਾਂ ਮਹਿਲਾ ਅਧਿਆਪਕ ਨੂੰ ਤੇਜ਼ ਧੱਕਾ ਦਿੱਤਾ। ਜਦੋਂ ਉਹ ਜ਼ਮੀਨ ਤੇ ਡਿੱਗੀ ਤਾਂ ਉਸਨੇ ਉਸਨੂੰ 15 ਮੁੱਕੇ ਮਾਰੇ। ਉਸਨੇ ਕਿਹਾ ਕਿ ਉਸਨੂੰ ਮਾਰ ਦੇਗਾ। ਇਸ ਤੋਂ ਬਾਅਦ ਮਹਿਲਾ ਟੀਚਰ ਨੂੰ ਹਸਪਤਾਲ ਲਿਜਾਇਆ ਗਿਆ। ਰਿਪੋਰਟ ਦੇ ਮੁਤਾਬਕ ਵਿਦਿਆਰਥੀ ਕਲਾਸ ਦੇ ਵਿੱਚ ਗੇਮ ਖੇਡ ਰਿਹਾ ਸੀ, ਜਿਸ ਤੋਂ ਬਾਅਦ ਅਧਿਆਪਕ ਨੇ ਉਸਦਾ ਨਿੰਟੈਂਡੋ ਸਵਿਚ ਲੈ ਲਿਆ। ਇਸ ਤੋਂ ਵਿਦਿਆਰਥੀ ਗੁੱਸੇ 'ਚ ਆ ਗਿਆ ਤੇ ਉਸਨੇ ਅਧਿਆਪਕ ਦੀ ਕੁੱਟਮਾਰ ਕੀਤੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵਿਦਿਆਰਥੀ ਨੂੰ गिरफ्तार कर लिया है। हुण घटना की वीडियो सोशल मीडिया ते वायरल हो रही है। यह घटना 21 फरवरी ਨੂੰ ਫਲੋਰੀਡਾ ਦੇ ਮਾਉਂਟਹੌਨਸ ਹਾਈ ਸਕੂਲ ਵਿੱਚ ਵਾਪਰੀ। ਇੱਥੇ ਇੱਕ ਅਧਿਆਪਕ ਨੇ ਕਲਾਸ ਵਿੱਚ ਖੇਡ ਰਹੇ ਇੱਕ ਵਿਦਿਆਰਥੀ ਦੀ ਗੇਮ ਫੜ ਲਈ ਅਤੇ ਉਹ ਕਲਾਸ ਤੋਂ ਬਾਹਰ ਨਿਕਲ ਗਈ। ਇਸ ਤੋਂ ਨਾਰਾਜ਼ ਵਿਦਿਆਰਥੀ ਅਧਿਆਪਕ ਦਾ ਪਿੱਛਾ ਕਰਕੇ ਲੌਬੀ ਤੱਕ ਗਿਆ। ਉਸਨੇ ਅਧਿਆਪਕ ਨੂੰ ਪਿੱਛੋਂ ਧੱਕਾ ਦਿੱਤਾ। ਇਸ ਕਾਰਨ ਮਹਿਲਾ ਅਧਿਆਪਕ ਜ਼ਮੀਨ ਤੇ ਡਿੱਗ ਗਈ ਤੇ ਬੇਹੋਸ਼ ਹੋ ਗਈ। ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਬਜ਼ੁਰਗਾਂ ਦੇ ਨਾਲ ਧੋਖਾਧੜੀ ਕਰਨ ਦੇ ਦੋਸ਼ ਦੇ ਵਿੱਚ 51 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। 22 ਸਾਲ ਦੇ ਜ਼ੀਲ ਪਟੇਲ ਤੇ ਦੋਸ਼ ਹੈ ਕਿ ਉਹ ਭਾਰਤ ਦੇ ਕਾਲ ਸੈਂਟਰਾਂ ਰਾਹੀਂ ਅਮਰੀਕਾ 'ਚ ਬਜ਼ੁਰਗਾਂ ਨੂੰ ਮੇਲ ਭੇਜ ਕੇ ਉਹਨਾਂ ਦੇ ਨਾਲ ਧੋਖਾਧੜੀ ਕਰ ਰਿਹਾ ਸੀ। ਇੱਕ SpaceX ਫਾਲਕਨ 9 ਰਾਕੇਟ ਸੋਮਵਾਰ ਨੂੰ 2 ਨਾਸਾ ਪੁਲਾੜ ਯਾਤਰੀਆਂ, ਇੱਕ ਰੂਸੀ ਪੁਲਾੜ ਯਾਤਰੀ ਅਤੇ ਇੱਕ ਇਮਾਰਤੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਲੈ ਕੇ ਰਵਾਨਾ ਹੋਏਗਾ। SpaceX ਡਰੈਗਨ ਕਰੂ 6 ਮਿਸ਼ਨ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਦੁਪਹਿਰ 1:45 ET ਤੇ ਉਤਰਨ ਦੇ ਲਈ ਤਿਆਰ ਹੈ। ਮੌਸਮ ਦੇ ਹਾਲਾਤ ਸੰਪੂਰਨ ਹੋਣ ਦੀ ਉਮੀਦ ਸੀ। ਕਰੂ ਡਰੈਗਨ ਕੈਪਸੂਲ, ਜਿਸ ਨੂੰ ਐਂਡਵੇਰ ਕਿਹਾ ਜਾਂਦਾ ਹੈ, ਮੰਗਲਵਾਰ ਨੂੰ ਸਵੇਰੇ 2:38 ਤੇ ISS ਨਾਲ ਡੌਕ ਕਰਨ ਦੇ ਲਈ ਤੈਅ ਕੀਤਾ ਗਿਆ ਹੈ। ਟੈਸਲਾ ਅਤੇ ਟਵਿੱਟਰ ਦੇ CEO ਐਲਨ ਮਸਕ ਇੱਕ ਵਾਰੀ ਫਿਰ ਵਿਵਾਦਾਂ 'ਚ ਘਿਰ ਗਏ ਨੇ। ਅਸਲ ਦੇ ਵਿੱਚ ਮਸਕ ਨੇ ਕਾਮਿਕ ਸਟ੍ਰਿਪ ਦ ਵਰਡ ਦੇ ਨਿਰਮਾਤਾ ਸਕਾਟ ਐਮਸ ਦਾ ਬਚਾਅ ਕੀਤਾ, ਜਿਸ ਨੇ ਕਾਲੇ ਅਮਰੀਕੀਆਂ ਦੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਅਤੇ ਮੀਡੀਆ ਨੂੰ ਨਸਲਵਾਦੀ ਕਿਹਾ। ਤੁਹਾਨੂੰ ਦੱਸ ਦਈਏ ਕਿ ਲਾਸ ਏਂਜਲਸ ਟਾਈਮਜ਼, ਵਾਸ਼ਿੰਗਟਨ ਪੋਸਟ ਅਤੇ US ਟੂਡੇ ਸਮੇਤ ਕਈ ਅਖਬਾਰਾਂ ਨੇ ਐਡਮਸ ਦੇ ਆਪਣੇ YouTube ਚੈਨਲ ਤੇ ਕਾਲੇ ਅਮਰੀਕੀਆਂ ਨੂੰ ਨਫ਼ਰਤ ਸਮੂਹ ਕਹਿਣ ਤੋਂ ਬਾਅਦ ਉਹਨਾਂ ਦਾ ਕਾਰਟੂਨ ਹਟਾ ਦਿੱਤਾ ਸੀ। ਜਵਾਬ ਦੇ ਵਿੱਚ ਮਸਕ ਨੇ ਦੋਸ਼ ਲਾਇਆ ਕਿ ਮੀਡੀਆ ਏਸ਼ੀਆਈ ਅਤੇ ਗੋਰੇ ਲੋਕਾਂ ਦੇ ਖਿਲਾਫ ਨਸਲਵਾਦੀ ਹੈ। ਇਸ ਦੇ ਨਾਲ ਉਹਨਾਂ ਨੇ ਦਾਅਵਾ ਕੀਤਾ ਕਿ ਗੋਰੇ ਲੋਕਾਂ ਦੇ ਵਿਰੁੱਧ ਪੁਲਿਸ ਕਾਰਵਾਈ ਦੀ ਕਵਰੇਜ ਇੱਕ ਵਰਤਾਂਤ ਤਹਿਤ ਝੂਠ ਨੂੰ
ਉਤਸ਼ਾਹਿਤ ਕਰਨ ਦੇ ਲਈ ਬਹੁਤ ਘੱਟ ਦਿਖਾਈ ਜਾਂਦੀ ਹੈ। ਇਸ ਪੂਰੇ ਵਿਵਾਦ ਤੇ ਮਸਕ ਦੀ ਤਰਫੋਂ ਟਵੀਟ ਕਰਦੇ ਹੋਏ ਕਿਹਾ ਗਿਆ ਸੀਗਾ ਕਿ ਮੀਡੀਆ ਲੰਬੇ ਸਮੇਂ ਤੋਂ ਗੈਰ ਗੋਰੇ ਲੋਕਾਂ ਦੇ ਖਿਲਾਫ ਸੀ, ਪਰ ਹੁਣ ਇਹ ਗੋਰੇ ਅਤੇ ਏਸ਼ੀਆਈ ਲੋਕਾਂ ਦੇ ਖਿਲਾਫ ਨਸਲਵਾਦੀ ਹੋ ਗਿਆ ਹੈ। ਇਹ ਹਾਲ ਹੁਣ ਅਮਰੀਕਾ ਦੇ ਕਾਲਜਾਂ ਤੇ ਹਾਈ ਸਕੂਲਾਂ ਵਿੱਚ ਹੋ ਰਿਹਾ ਹੈ। ਹੋ ਸਕਦਾ ਹੈ ਕਿ ਉਹ ਨਸਲਵਾਦੀ ਨਾ ਹੋਣ ਦੀ ਕੋਸ਼ਿਸ਼ ਕਰ ਸਕਣ। ਇਸ ਦੇ ਨਾਲ ਹੀ ਇੱਕ ਇਹ ਵੀ ਟਵੀਟ ਕਿਹਾ ਗਿਆ ਹੈ ਕਿ ਪੁਲਿਸ ਹਿੰਸਾ ਦੀ ਕਵਰੇਜ ਉਨੀ ਨਹੀਂ ਹੈ ਜਿੰਨੀ ਗੋਰੇ ਲੋਕਾਂ ਦੀ ਹੈ। ਇਸ ਤੇ ਮਸਕ ਨੇ ਜਵਾਬ ਦਿੱਤਾ ਹੈ ਕਿ ਇੱਕ ਬਿਰਤਾਂਤ ਦੇ ਤਹਿਤ ਝੂਠ ਨੂੰ ਉਤਸ਼ਾਹਿਤ ਕਰਨ ਦਾ ਤਰੀਕਾ ਬਹੁਤ ਅਸਪਸ਼ਟ ਹੈ। ਇਸ ਤੋਂ ਪਹਿਲਾਂ ਵੀ ਮਸਕ ਸਮਾਜਿਕ ਮੁੱਦਿਆਂ ਤੇ ਆਪਣੇ ਵਿਚਾਰਾਂ ਨੂੰ ਲੈ ਕੇ ਵਿਵਾਦਾਂ ਤੇ ਘਿਰ ਚੁੱਕੇ ਨੇ। ਇਸ ਤੋਂ ਪਹਿਲਾਂ ਉਹਨਾਂ ਨੇ ਟਵਿੱਟਰ ਤੇ ਨਫ਼ਰਤ ਫੈਲਾਉਣ ਦੇ ਲਈ ਕੁਝ ਅਕਾਊਂਟ ਸਸਪੈਂਡ ਕਰ ਦਿੱਤੇ ਸੀ, ਜਿਸ ਤੋਂ ਬਾਅਦ ਕੁਝ ਕੰਪਨੀਆਂ ਨੇ ਟਵਿੱਟਰ ਤੇ ਇਸ਼ਤਿਹਾਰ ਦੇਣੇ ਬੰਦ ਕਰ ਦਿੱਤੇ ਸੀ। ਅਮਰੀਕਾ 'ਚ ਓਕਲਾਹੋਮਾ ਰਾਜ ਦੇ ਇੱਕ ਸ਼ਹਿਰ ਦੇ ਨਾਈਟ ਕਲੱਬ ਦੇ ਵਿੱਚ ਹੋਈ ਲੜਾਈ 'ਚ 8 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਹੈ। ਇਹ ਜਾਣਕਾਰੀ ਓਕਲਾਹੋਮਾ ਦੇ ਪੁਲਿਸ ਵਿਭਾਗ ਨੇ ਦਿੱਤੀ ਹੈ। ਇਹ ਘਟਨਾ ਬ੍ਰਿਕਟਾਊਨ ਡਿਸਟ੍ਰਿਕਟ ਦੇ ਨਾਈਟ ਕਲੱਬ ਵਿੱਚ ਵਾਪਰੀ। ਲੜਾਈ ਵਿੱਚ ਚਾਕੂਆਂ ਤੇ ਡੰਡਿਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਪੁਲਿਸ ਮੌਕੇ ਉੱਪਰ ਪੁੱਜੀ ਤਾਂ 2 ਲੋਕ ਗੰਭੀਰ ਜ਼ਖਮੀ ਹਾਲਤ ਵਿੱਚ ਸਨ, ਜਿਨ੍ਹਾਂ ਦੇ ਛੁਰੀਆਂ ਦੇ ਜ਼ਖਮ ਸਨ। ਉਹਨਾਂ ਨੂੰ ਮੌਕੇ ਉੱਪਰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਬਾਅਦ ਵਿੱਚ ਉਹਨਾਂ ਨੂੰ ਹਸਪਤਾਲ ਭੇਜਿਆ ਗਿਆ। ਕਲੱਬ ਦੇ ਬਾਹਰ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਪੁਲਿਸ ਦੇ ਅਨੁਸਾਰ ਅਜੇ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਨਾ ਹੀ ਲੜਾਈ ਦਾ ਕਾਰਨ ਸਪਸ਼ਟ ਹੋ ਸਕਿਆ ਹੈ। ਸੈਨ ਐਂਟੋਨੀਓ ਟੈਕਸਾਸ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਇੱਕ ਬਜ਼ੁਰਗ ਜੋੜੇ ਉੱਪਰ 2 ਕੁੱਤਿਆਂ ਨੇ ਹਮਲਾ ਕਰ ਦਿੱਤਾ। ਪੁਲਿਸ ਦੇ ਅਨੁਸਾਰ ਬੀਤੇ ਦਿਨ ਦੁਪਹਿਰ ਬਾਅਦ 81 ਸਾਲਾ ਵਿਅਕਤੀ ਅਤੇ 74 ਸਾਲਾ ਔਰਤ ਆਪਣੇ ਰਿਸ਼ਤੇਦਾਰ ਦੇ ਘਰ ਦੇ ਬਾਹਰ ਕਾਰ ਚੋਂ ਬਾਹਰ ਹੀ ਨਿਕਲੇ ਸਨ, ਜਦੋਂ ਕੁੱਤੇ ਉਹਨਾਂ ਨੂੰ ਪੈ ਗਏ, ਜਿਨ੍ਹਾਂ ਨੂੰ ਬਚਾਉਣ ਆਏ ਰਿਸ਼ਤੇਦਾਰਾਂ ਤੇ ਵੀ ਕੁੱਤਿਆਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਸੈਨ ਐਂਟੋਨੀਓ ਅੱਗ ਬੁਝਾਓ ਵਿਭਾਗ ਦੇ ਮੁਖੀ ਚਾਰਲਸ ਹੁੱਡ ਦੇ ਅਨੁਸਾਰ ਇਸ ਹਮਲੇ 'ਚ ਬਜ਼ੁਰਗ ਦੀ ਮੌਤ ਹੋ ਗਈ, ਜਦਕਿ ਬਜ਼ੁਰਗ ਔਰਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਕਰਵਾਇਆ ਗਿਆ। ਪੁਲਿਸ ਨੇ ਕੁੱਤਿਆਂ ਦੇ ਮਾਲਕ ਕ੍ਰਿਸਟੀਅਨ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਉਮਰ 31 ਸਾਲ ਹੈ। ਸੈਨ ਐਂਟੋਨੀਓ ਪੁਲਿਸ ਦੇ ਅਨੁਸਾਰ ਉਸ ਵਿਰੁੱਧ ਅਪਰਾਧਿਕ ਦੋਸ਼ ਆਇਦ ਕੀਤੇ ਜਾਣਗੇ। ਕਰੀਬ 1 ਮਹੀਨਾ ਪਹਿਲਾਂ ਦੁਨੀਆ ਦੇ ਤੀਜੇ ਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਨੂੰ ਅਮਰੀਕਾ ਦੀ ਵਿੱਤੀ ਖੋਜ ਫਰਮ ਹਿੰਸਬਰਗ ਰਿਸਰਚ ਦੀ ਰਿਪੋਰਟ ਦੇ ਨਾਲ ਤਕੜਾ ਝਟਕਾ ਲੱਗ ਗਿਆ ਹੈ। 24 ਜਨਵਰੀ ਨੂੰ ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਕਰੀਬ 1 ਮਹੀਨੇ 'ਚ ਗੌਤਮ ਅਡਾਨੀ ਦੀ ਜਾਇਦਾਦ ਵਿੱਚ ਕਰੀਬ 80 ਅਰਬ ਡਾਲਰ ਦੀ ਕਮੀ ਆਈ ਹੈ। ਹੁਣ ਉਹ ਬਲੂਮਬਰਗ ਦੀ ਦੁਨੀਆ ਦੇ ਅਰਬਪਤੀਆਂ ਦੀ ਸੂਚੀ 'ਚ 30ਵੇਂ ਸਥਾਨ ਤੇ ਪਹੁੰਚ ਗਏ ਨੇ। ਹਿੰਸਬਰਗ ਰਿਸਰਚ ਦੀ ਰਿਪੋਰਟ 'ਚ ਅਡਾਨੀ ਸਮੂਹ ਤੇ ਸ਼ੇਅਰਾਂ ਦੇ ਵਿੱਚ ਗੜਬੜੀ ਤੇ ਲਿਖਾ ਧੋਖਾਧੜੀ 'ਚ ਸ਼ਾਮਲ ਰਹਿਣ ਦਾ ਦੋਸ਼ ਲਗਾਇਆ ਗਿਆ ਸੀ। ਹਾਲਾਂਕਿ ਸਮੂਹ ਨੇ ਇਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਵੀ ਦੱਸਿਆ ਸੀ। ਅਮਰੀਕਾ 'ਚ ਰਾਜ ਭਾਗ ਚੱਲ ਰਹੀ ਡੈਮੋਕ੍ਰੈਟਿਕ ਪਾਰਟੀ ਦੇ ਰੌਬ ਪੋਰਟਰ ਨੇ ਆਕਲੈਂਡ ਦੇ ਸਿਟੀ ਹਾਲ ਵਿੱਚ ਕੈਲੀਫੋਰਨੀਆ ਦੇ 34ਵੇਂ ਅਟਾਰਨੀ ਜਨਰਲ ਵਜੋਂ ਹਲਫ ਲੈਂਦਿਆਂ ਨਿਆਂਪਾਲਿਕਾ ਦੀ ਮਜ਼ਬੂਤੀ ਤੇ ਅਹੁਦੇ ਦੇ ਗੁਪਤ ਭੇਦ ਜ਼ਿੰਮੇਵਾਰੀ ਨਾਲ ਨਿਭਾਉਣ ਦਾ ਅਹਿਦ ਵੀ ਲਿਆ। ਕਰੀਬ 51 ਵਰ੍ਹਿਆਂ ਦੇ ਪੋਰਟਰ ਡਿਸਟ੍ਰਿਕਟ 18 ਕੈਲੀਫੋਰਨੀਆ ਤੋਂ ਅਸੈਂਬਲੀ ਮੈਂਬਰ ਵੀ ਰਹੇ ਨੇ। ਉਹਨਾਂ ਨੇ ਕਿਹਾ ਕਿ ਉਹ 2 ਸਾਲ ਦੀ ਉਮਰ 'ਚ ਅਮਰੀਕਾ ਆਏ ਅਤੇ ਇੱਥੋਂ ਵੀ ਚੰਗੀ ਸਿੱਖਿਆ ਤੇ ਵਧੀਆ ਮਾਹੌਲ ਹੀ ਉਹਨਾਂ ਨੂੰ ਇੱਥੋਂ ਤੱਕ ਲੈ ਕੇ ਆਇਆ। ਇਸ ਮੌਕੇ ਬੌਂਟਾ ਦੀ ਪਤਨੀ ਮਿਆਲਿਸਾ ਵੀ ਹਾਜ਼ਰ ਸੀ। ਰੌਬ ਬੌਂਟਾ ਦੇ ਪੰਜਾਬੀ ਖਾਸਕਰ ਸਿੱਖ ਭਾਈਚਾਰੇ ਦੇ ਨਾਲ ਚੰਗੇ ਸੰਬੰਧ ਹਨ। ਦੁਨੀਆ ਵਿੱਚ ਕਈ ਵਾਰ ਅਜਿਹੇ ਚਮਤਕਾਰ ਹੁੰਦੇ ਨੇ ਜੋ ਲੋਕਾਂ ਦੀ ਸੋਚ ਤੋਂ ਪਰੇ ਨੇ। ਇੱਕ ਔਰਤ ਨੇ ਕੁਦਰਤ ਦੇ ਸਭ ਤੋਂ ਵੱਡੇ ਨਿਯਮ ਦੀ ਉਲੰਘਣਾ ਕੀਤੀ। ਅਸੀਂ ਜਾਣਦੇ ਹਾਂ ਕਿ ਇਨਸਾਨੀ ਬੱਚਾ ਮਾਂ ਦੀ ਕੁੱਖ ਵਿੱਚ 9 ਮਹੀਨੇ ਰਹਿੰਦਾ ਹੈ ਤੇ ਫਿਰ ਜਨਮ ਲੈਂਦਾ ਹੈ। ਕੁਝ ਖਾਸ ਹਾਲਾਤਾਂ ਦੇ ਵਿੱਚ 7 ਮਹੀਨਿਆਂ ਵਿੱਚ ਵੀ ਬੱਚੇ ਪੈਦਾ ਹੁੰਦੇ ਨੇ, ਪਰ ਇੱਕ ਔਰਤ ਨੇ 13 ਮਹੀਨਿਆਂ ਦੇ ਵਿੱਚ 4 ਬੱਚਿਆਂ ਨੂੰ ਜਨਮ ਦੇ ਕੇ ਡਾਕਟਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ। ਉਸਨੇ 2 ਵਾਰ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਇਹ ਖਾਸ ਸਥਿਤੀ ਨੂੰ ਮੋਮੋ ਟਵਿਨਸ ਕਿਹਾ ਜਾਂਦਾ ਹੈ। ਅਮਰੀਕਾ ਵਿੱਚ ਇੱਕ ਔਰਤ ਨੇ 13 ਮਹੀਨਿਆਂ ਦੇ 2 ਵਾਰ ਜੁੜਵਾ ਬੱਚਿਆਂ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕੀਤਾ ਹੈ। ਰੂਸ ਅਤੇ ਯੂਕਰੇਨ ਦੀ ਪਿਛਲੇ 1 ਸਾਲ ਤੋਂ ਜੰਗ ਜਾਰੀ ਹੈ। ਵੱਡਾ ਜਾਨੀ ਮਾਲੀ ਨੁਕਸਾਨ ਹੋਣ ਦੇ ਬਾਵਜੂਦ ਦੋਵੇਂ ਮੁਲਕ ਜੰਗ ਪਿੱਛੇ ਹਟਣ ਦੇ ਲਈ ਤਿਆਰ ਨਹੀਂ। ਇਸ ਦੌਰਾਨ ਕਈ ਮੁਲਕਾਂ ਵੱਲੋਂ ਯੂਕਰੇਨ ਦੀ ਮਦਦ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਕੈਨੇਡਾ ਨੇ ਬੀਤੇ ਮਹੀਨੇ 2 ਲੈਪਰਡ ਟੈਂਕ ਯੂਕਰੇਨ ਭੇਜੇ ਸੀ ਤੇ ਹੁਣ 4 ਹੋਰ ਲੜਾਕੂ ਟੈਂਕ ਯੂਕਰੇਨ ਭੇਜਣ ਦਾ ਐਲਾਨ ਕਰ ਦਿੱਤਾ ਹੈ। ਕੈਨੇਡੀਅਨ ਰੈਪਰ ਡ੍ਰੇਕ ਦੀ ਪੂਰੀ ਦੁਨੀਆ 'ਚ ਦੀਵਾਨਗੀ ਹੈ। ਪਿਛਲੇ 1 ਦਹਾਕੇ ਤੋਂ ਉਹ ਪੂਰੀ ਦੁਨੀਆ 'ਚ ਲੋਕਾਂ ਦਾ ਮਨੋਰੰਜਨ ਕਰ ਰਹੇ ਨੇ, ਪਰ ਹੁਣ ਡ੍ਰੇਕ ਦਾ ਨਾਮ ਕਾਫੀ ਜ਼ਿਆਦਾ ਸੁਰਖੀਆਂ 'ਚ ਹੈ ਕਿਉਂਕਿ ਹਾਲ ਹੀ ਵਿੱਚ ਰੈਪਰ ਨੇ ਇੱਕ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਹਨਾਂ ਨੇ ਰੈਪ ਦੀ ਦੁਨੀਆ ਨੂੰ ਜਲਦ ਅਲਵਿਦਾ ਕਹਿਣ ਦਾ ਹਿੰਟ ਦਿੱਤਾ ਹੈ। ਰੈਪਰ ਨੇ ਖੁਦ ਇੱਕ ਇੰਟਰਵਿਊ 'ਚ ਇਹ ਗੱਲ ਆਖੀ ਹੈ ਕਿ ਉਹ ਰੈਪ ਦੀ ਦੁਨੀਆ ਤੋਂ ਸੰਨਿਆਸ ਲੈ ਸਕਦਾ ਹੈ। ਇਸ ਇੰਟਰਵਿਊ ਨਾਲ ਜੁੜਿਆ ਇੱਕ ਵੀਡੀਓ
ਸਾਹਮਣੇ ਵੀ ਆਇਆ ਹੈ, ਜਿਸ ਵਿੱਚ ਡਰੈਕ ਰੈਪਰ ਲਿਲ ਜੈਚੀ ਨਾਲ ਬੈਠਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸਮੁੰਦਰ ਕਿਨਾਰੇ ਬੈਠ ਕੇ ਲਿਲ ਤੇ ਡਰੇਕ ਆਪਣੇ ਫਿਊਚਰ ਪਲਾਨ ਬਾਰੇ ਗੱਲਾਂ ਕਰਦੇ ਨੇ। ਦੱਸਦੇ ਹੈ ਕਿ ਡਰੈਕ ਪਿਛਲੇ ਤਕਰੀਬਨ 10 ਸਾਲਾਂ ਤੋਂ ਮਿਊਜ਼ਿਕ ਦੀ ਦੁਨੀਆ ਤੇ ਰਾਜ ਕਰ ਰਿਹਾ ਹੈ। ਭਾਰਤ ਵਿੱਚ ਵੀ ਉਹਨਾਂ ਦੀ ਕਾਫੀ ਦੀਵਾਨਗੀ ਰਹੀ ਹੈ। ਭਾਰਤ ਵਿੱਚ ਡਰੈਕ ਦਾ ਨਾਮ ਜ਼ਿਆਦਾ ਉਦੋਂ ਸੁਰਖੀਆਂ 'ਚ ਆਇਆ ਸੀ ਜਦੋਂ ਉਹਨਾਂ ਨੇ ਸਿੱਧੂ ਮੂਸੇਵਾਲ ਨੂੰ ਆਪਣੇ ਲਾਈਵ ਸ਼ੋਅ ਦੇ ਦੌਰਾਨ ਸ਼ਰਧਾਂਜਲੀ ਦਿੱਤੀ ਸੀ। ਇੰਨਾ ਨਹੀਂ, ਉਹ ਮੂਸੇਵਾਲ ਦੀ ਤਸਵੀਰ ਵਾਲੀ ਸ਼ਰਟ ਪਹਿਨੇ ਵੀ ਨਜ਼ਰ ਆਏ ਸਨ। ਓਨਟਾਰੀਓ ਗੁਰਦੁਆਰਾ ਕਮੇਟੀ ਨੇ ਕੈਨੇਡਾ ਦੇ ਓਨਟਾਰੀਓ ਵਿੱਚ ਹਿੰਦੂ ਧਾਰਮਿਕ ਸਥਾਨਾਂ ਤੇ ਹਾਲ ਹੀ ਦੇ ਮਹੀਨਿਆਂ ਦੇ ਦੌਰਾਨ ਕਥਿਤ ਤੌਰ ਤੇ ਹੋਈ ਭੰਨ-ਤੋੜ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ। ਕਮੇਟੀ ਨੇ ਓਨਟਾਰੀਓ ਵਿਖੇ ਮੰਦਰਾਂ ਦੀ ਭੰਨ-ਤੋੜ ਦੇ ਲਈ ਜ਼ਿੰਮੇਵਾਰ ਸ਼ਾਮਲ ਅਪਰਾਧੀਆਂ ਦੀ ਗ੍ਰਿਫਤਾਰੀ ਵਿੱਚ ਮਦਦ ਦੇਣ ਵਾਲੇ $10,000 ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। OGC ਨੇ ਪੂਜਾ ਸਥਲਾਂ ਦੀ ਭੰਨ-ਤੋੜ ਸੰਬੰਧੀ ਕਿਸੇ ਵੀ ਵੀਡੀਓ ਨੂੰ ਜਨਤਕ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾ ਸਕੇ। ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਵਾਪਰੀਆਂ ਕੁਝ ਤਾਜ਼ਾ ਘਟਨਾਵਾਂ ਦੇ ਵਿੱਚ ਭਾਰਤ ਵਿਰੋਧੀ ਨਾਅਰੇ ਜਿਹੜੇ ਨੇ ਉਹ ਲਿਖੇ ਗਏ। ਇੱਕ ਬਿਆਨ ਦੇ ਵਿੱਚ ਕਮੇਟੀ ਨੇ ਕੈਨੇਡਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਕਿਹਾ ਕਿ ਉਹ ਅਪਰਾਧੀਆਂ ਨੂੰ ਸਜ਼ਾ ਸੁਣਾਉਣ ਦੇ ਲਈ ਤੇਜ਼ੀ ਨਾਲ ਘਟਨਾਵਾਂ ਦੀ ਜਾਂਚ ਕਰਨ। ਉਹਨਾਂ ਨੇ ਸਾਰੇ ਭਾਈਚਾਰਿਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਤਾਂ ਜੋ ਕੈਨੇਡਾ ਦੇ ਵਿੱਚ ਸਿੱਖ ਅਤੇ ਹਿੰਦੂ ਭਾਈਚਾਰਿਆਂ ਵਿਚਾਲੇ ਵੱਧਦੇ ਤਣਾਅ ਨੂੰ ਸੁਲਝਾਇਆ ਜਾ ਸਕੇ। OGC ਦੇ ਬਿਆਨ ਦੇ ਵਿੱਚ ਅੱਗੇ ਕਿਹਾ ਗਿਆ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਓਟਾਵਾ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਬਿਨਾਂ ਕਿਸੇ ਸਬੂਤ ਦੇ ਸਿੱਖ ਭਾਈਚਾਰੇ ਨੂੰ ਦੋਸ਼ੀ ਠਹਿਰਾਉਂਦੇ ਹੋਏ ਬਰੈਂਪਟਨ ਵਿੱਚ ਭੰਨ-ਤੋੜ ਦੀ ਕਾਰਵਾਈ ਬਾਰੇ ਟਵੀਟ ਕੀਤਾ ਤੇ ਬਾਅਦ ਵਿੱਚ ਇਸ ਟਵੀਟ ਨੂੰ ਪੀਲ ਰੀਜਨਲ ਪੁਲਿਸ ਤੇ ਖਾਰਿਜ ਕਰ ਦਿੱਤਾ ਕਿਉਂਕਿ ਅਜਿਹੀ ਘਟਨਾ ਨਹੀਂ ਹੋਈ ਸੀ। ਇਸੇ ਤਰ੍ਹਾਂ ਭਾਰਤੀ ਮੂਲ ਦੇ 2 ਲੋਕਾਂ ਨੂੰ ਆਸਟ੍ਰੇਲੀਆ ਵਿੱਚ ਆਪਣੀ ਪੂਜਾ ਸਥਲਾਂ ਵਿੱਚ ਭੰਨ-ਤੋੜ ਕਰਦਿਆਂ ਫੜਿਆ ਗਿਆ ਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਤਵਾਰ ਨੂੰ ਪ੍ਰਸਾਰਿਤ ਇੱਕ ਇੰਟਰਵਿਊ ਦੇ ਵਿੱਚ ਨਿਊ ਸਟਾਰਟ ਸੰਧੀ ਵਿੱਚ ਭਾਗੀਦਾਰੀ ਨੂੰ ਮੁਅੱਤਲ ਕਰਨ ਦੇ ਆਪਣੇ ਦੇਸ਼ ਦੇ ਤਾਜ਼ਾ ਫੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਰੂਸ ਦੇ ਕੋਲ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਦੀਆਂ ਪਰਮਾਣੂ ਸਮਰੱਥਾਵਾਂ ਨੂੰ ਦੇਖਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਪੁਤਿਨ ਨੇ ਦੁਹਰਾਇਆ ਕਿ ਰੂਸ ਦੀ ਹੋਂਦ ਖਤਰੇ ਵਿੱਚ ਹੈ ਕਿਉਂਕਿ ਉਹਨਾਂ ਦੇ ਅਨੁਸਾਰ ਨਾਟੋ ਦੇ ਮੈਂਬਰ ਦੇਸ਼ ਦੀ ਰਣਨੀਤਿਕ ਹਾਰ ਦੇਖਣਾ ਚਾਹੁੰਦੇ ਨੇ। ਪੁਤਿਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਵਿੱਚ ਜੰਗ ਨੂੰ ਲੈ ਕੇ ਆਪਣੀ ਰਣਨੀਤੀ ਨਹੀਂ ਬਦਲਣਗੇ। ਇਸ ਐਲਾਨ ਦੇ ਨਾਲ ਪੱਛਮੀ ਦੇਸ਼ਾਂ ਅਤੇ ਰੂਸ ਵਿਚਾਲੇ ਤਣਾਅ ਵਧਣ ਦੀ ਉਮੀਦ ਹੈ। ਨਿਊ ਸਟਾਰਟ ਸੰਧੀ ਤੇ ਰੂਸ ਅਤੇ ਅਮਰੀਕਾ ਨੇ 2010 ਵਿੱਚ ਦਸਤਖਤ ਕੀਤੇ ਸਨ। ਇਹ ਸੰਧੀ ਲੰਬੀ ਦੂਰੀ ਦੇ ਪਰਮਾਣੂ ਹਥਿਆਰਾਂ ਦੀ ਗਿਣਤੀ ਨੂੰ ਸੀਮਿਤ ਕਰਦੀ ਹੈ ਜੋ ਦੋਵੇਂ ਦੇਸ਼ਾਂ ਦੇ ਦੁਆਰਾ ਤਾਇਨਾਤ ਕੀਤੇ ਜਾ ਸਕਦੇ ਨੇ ਤੇ ਪਰਮਾਣੂ ਹਥਿਆਰਾਂ ਨੂੰ ਲਿਜਾਣ ਦੇ ਸਮਰੱਥ ਮਿਜ਼ਾਈਲਾਂ ਦੀ ਵਰਤੋਂ ਨੂੰ ਸੀਮਿਤ ਕਰਦੀ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲਾ ਨੇ ਪਿਛਲੇ 5 ਸਾਲਾਂ ਦੇ ਵਿੱਚ 214 ਵਿਦੇਸ਼ੀਆਂ ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ। ਦਿਲਚਸਪ ਗੱਲ ਇਹ ਹੈ ਕਿ ਇਹਨਾਂ ਵਿੱਚੋਂ 159 ਭਾਰਤੀ ਸਨ। ਰਿਪੋਰਟਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਗ੍ਰਹਿ ਮੰਤਰਾਲਾ ਨੇ ਇਹਨਾਂ ਲੋਕਾਂ ਨੂੰ ਵਿਆਹ ਅਤੇ ਪਰਿਵਾਰਕ ਸੰਬੰਧਾਂ ਸਮੇਤ ਕਈ ਕਾਰਨਾਂ ਕਰਕੇ ਨਾਗਰਿਕਤਾ ਦਿੱਤੀ। ਅਧਿਕਾਰਤ ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਕਿ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ 55 ਨਾਗਰਿਕਾਂ ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ ਗਈ। ਡੇਲੀ ਪਾਕਿਸਤਾਨ ਦੀ ਰਿਪੋਰਟ ਦੇ ਮੁਤਾਬਕ 2019 ਦੇ ਵਿੱਚ 55 ਭਾਰਤੀਆਂ ਨੂੰ, 2018 ਦੇ ਵਿੱਚ 43, 2020 ਅਤੇ 21 ਦੇ ਵਿੱਚ 27 ਅਤੇ 2022 ਦੇ ਵਿੱਚ 18 ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ ਗਈ। ਈਰਾਨ ਦੇ ਵਿੱਚ ਵਿਦਿਆਰਥਣਾਂ ਨੂੰ ਪੜ੍ਹਾਈ ਤੋਂ ਰੋਕਣ ਦੇ ਲਈ ਉਹਨਾਂ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਉਪ ਸਿਹਤ ਮੰਤਰੀ ਨੇ ਉੱਥੋਂ ਦਿਆਂ ਨੇ ਕੀਤਾ ਹੈ। ਉਹਨਾਂ ਨੇ ਕਿਹਾ ਕਿ ਨਵੰਬਰ 2022 ਦੇ ਬਾਅਦ ਤੋਂ ਕੌਮ ਸ਼ਹਿਰ ਦੇ ਵਿੱਚ ਰੈਸਪੀਰੇਟਰੀ ਪੋਇਜ਼ਨਿੰਗ ਦੇ ਸੈਂਕੜੇ ਮਾਮਲੇ ਸਾਹਮਣੇ ਆਏ ਨੇ। ਉਹਨਾਂ ਦਾ ਕਹਿਣਾ ਹੈ ਕਿ ਸਕੂਲ ਦਾ ਪਾਣੀ ਦੂਸ਼ਿਤ ਕੀਤਾ ਜਾ ਰਿਹਾ ਜਿਸ ਕਾਰਨ ਵਿਦਿਆਰਥਣਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਇਹਨਾਂ ਵਿੱਚ ਉਲਟੀਆਂ, ਸਰੀਰ ਵਿੱਚ ਗੰਭੀਰ ਦਰਦ, ਮਾਨਸਿਕ ਸਮੱਸਿਆਵਾਂ ਸ਼ਾਮਲ ਨੇ। ਉਹਨਾਂ ਦੀ ਹਾਲਤ ਇੰਨੀ ਵਿਗੜਦੀ ਜਾ ਰਹੀ ਹੈ ਕਿ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ। ਈਰਾਨ ਦੀ ਸਮਾਚਾਰ ਏਜੰਸੀ ਦੇ ਅਨੁਸਾਰ ਉਪ ਸਿਹਤ ਮੰਤਰੀ ਜੋਨਸ ਪਨਾਹੀ ਨੇ ਕਿਹਾ ਕੌਮ ਸ਼ਹਿਰ ਦੇ ਸਕੂਲਾਂ ਦੇ ਵਿੱਚ ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦੇ ਕਈ ਮਾਮਲੇ ਸਾਹਮਣੇ ਆਏ ਨੇ। ਇਸ ਤੋਂ ਪਤਾ ਲੱਗਦਾ ਹੈ ਕਿ ਕੁਝ ਲੋਕ ਲੜਕੀਆਂ ਦੀ ਪੜ੍ਹਾਈ ਬੰਦ ਕਰਨਾ ਚਾਹੁੰਦੇ ਨੇ ਅਤੇ ਲੜਕੀਆਂ ਦੇ ਸਕੂਲ ਬੰਦ ਕਰਨਾ ਚਾਹੁੰਦੇ ਨੇ। ਜੇਕਰ ਤੁਸੀਂ ਬ੍ਰਿਟੇਨ ਘੁੰਮਣ ਦੇ ਲਈ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਦੇ ਲਈ ਇੱਕ ਸੁਨਹਿਰੀ ਮੌਕਾ ਹੈ। ਅਸਲ ਦੇ ਵਿੱਚ ਲੰਡਨ ਆਈ ਸੈਂਕੜੇ ਫ੍ਰੀ ਟਿਕਟ ਦੇ ਰਿਹਾ ਹੈ ਜਿਸ ਨਾਲ ਤੁਸੀਂ ਆਪਣਾ ਬ੍ਰਿਟੇਨ ਘੁੰਮਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਇਸ ਦੇ ਲਈ ਕੁਝ ਸ਼ਰਤਾਂ ਤੇ ਨਿਯਮ ਨਿਰਧਾਰਤ ਨੇ ਜਿਨ੍ਹਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਵੀ ਉਹਨਾਂ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਲੰਡਨ ਆਈ ਲੰਡਨ ਦੇ ਸਭ ਤੋਂ ਮਸ਼ਹੂਰ ਸਥਾਨਾਂ ਵਿੱਚੋਂ ਇੱਕ ਹੈ। ਇੱਕ ਝੂਲਾ ਹੈ ਜਿਸ ਤੇ ਚੜ੍ਹ ਕੇ ਤੁਸੀਂ ਉਚਾਈ ਤੋਂ ਪੂਰਾ ਲੰਡਨ ਦੇਖ ਸਕਦੇ ਹੋ। ਜੇਕਰ ਤੁਸੀਂ ਅਗਲੇ ਹਫ਼ਤੇ ਲੰਡਨ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਲੰਡਨ ਆਈ ਤੇ ਚੜ੍ਹ ਕੇ ਸ਼ਹਿਰ ਨੂੰ ਦੇਖਣਾ
ਪੜ੍ਹਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ। ਲੰਡਨ ਆਈ ਮਾਰਚ ਦੇ ਪਹਿਲੇ ਹਫ਼ਤੇ ਸੈਂਕੜੇ ਮੁਫਤ ਟਿਕਟਾਂ ਦੇਣ ਦੀ ਯੋਜਨਾ ਬਣਾ ਰਹੀ ਹੈ। ਅਜਿਹਾ ਵਿਸ਼ਵ ਪੁਸਤਕ ਦਿਵਸ ਮਨਾਉਣ ਦੇ ਲਈ ਕੀਤਾ ਜਾਏਗਾ। 3 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਇੱਕ ਵੀ ਪੈਸਾ ਅਦਾ ਕੀਤੇ ਬਿਨਾਂ ਟਿਕਟ ਦਿੱਤੀ ਜਾਏਗੀ। ਹਾਲਾਂਕਿ ਇਸ ਦੇ ਲਈ ਉਹਨਾਂ ਨੂੰ ਆਪਣੀ ਪਸੰਦੀਦਾ ਕਿਤਾਬ ਦਾ ਥੀਮ ਵਾਲਾ ਪਹਿਰਾਵਾ ਪਹਿਨਣਾ ਹੋਏਗਾ। ਇੰਨਾ ਹੀ ਨਹੀਂ, ਬੱਚਿਆਂ ਨੂੰ ਕਿਤਾਬ ਦੇ ਬਦਲੇ €1 ਦਾ ਟੋਕਨ ਵੀ ਮਿਲੇਗਾ। ਇਹ ਆਫਰ lastminute.com ਦੀ ਆਈ ਲਵ ਵਰਲਡ ਬੁੱਕ ਡੇ ਸਕੀਮ ਦੇ ਹਿੱਸੇ ਵਜੋਂ ਆਇਆ ਹੈ। ਵੈਬਸਾਈਟ ਨੇ ਕਿਹਾ ਕਿ ਇਸ ਸਾਲ ਵਿਸ਼ਵ ਪੁਸਤਕ ਦਿਵਸ ਤੇ ਅਸੀਂ 2 ਤੋਂ 5 ਮਾਰਚ ਤੱਕ ਬ੍ਰਿਟੇਨ ਦੀ ਸਭ ਤੋਂ ਵੱਡੀ ਡਰੈਸ-ਅਪ ਪਾਰਟੀ ਦੀ ਮੇਜ਼ਬਾਨੀ ਕਰ ਰਹੇ ਹਾਂ। ਵੈਬਸਾਈਟ ਦੇ ਬਿਆਨ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਹ ਇੱਕ ਦਿਨ ਦੇ ਵਿੱਚ 150 ਬੱਚਿਆਂ ਨੂੰ ਮੁਫਤ ਰਾਈਡ ਦੇ ਰਹੇ ਨੇ। ਇਹ ਪੇਸ਼ਕਸ਼ ਉਹਨਾਂ ਲਈ ਹੋਏਗੀ ਜੋ ਕਿਸੇ ਕਿਤਾਬ ਦੇ ਵਿੱਚ ਆਪਣੇ ਪਸੰਦੀਦਾ ਕਿਰਦਾਰ ਦੇ ਰੂਪ ਵਿੱਚ ਪਹਿਰਾਵਾ ਪਾ ਕੇ ਆਉਣਗੇ। ਮੁਫਤ ਟਿਕਟ ਪ੍ਰਾਪਤ ਕਰਨ ਦੇ ਲਈ ਆਪਣੇ ਸਮੇਂ ਤੋਂ 15 ਮਿੰਟ ਪਹਿਲਾਂ ਲੰਡਨ ਆਈ ਬੁਕਿੰਗ ਦਫ਼ਤਰ ਪਹੁੰਚਣਾ ਪਏਗਾ। ਇਸ ਦੌਰਾਨ ਸਟਾਫ ਬਾਲਗਾਂ ਦੀਆਂ ਟਿਕਟਾਂ ਦੀ ਜਾਂਚ ਕਰੇਗਾ ਤੇ ਫਿਰ ਬੱਚਿਆਂ ਦੇ ਕੱਪੜਿਆਂ ਦੀ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਸਵਾਰ ਹੋਣ ਦਿੱਤਾ ਜਾਏਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।